ਮੈਂ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਜੀ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇੱਕ ਬੜੀ ਉਲਝਣ ਫਸੀ ਹੋਈ ਹੈ। ਉਹ ਫਸੀ ਹੁੰਦੀ ਹੈ ਕਿ ਅਸੀਂ ਡਾਕਟਰ ਜਿਹੜਾ ਹੈ ਨਾ ਉਸੇ ਬੰਦੇ ਨੂੰ ਸਮਝਦੇ ਆ ਜਿਹਨੇ MBBS MD ਕੀਤੀ ਹੋਈ ਹੈ। ਜੀ 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 ਜੀ। ਇਸੇ ਕਰਕੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਆਉਂਦਾ ਕਿ ਅਸੀਂ ਆਪਣੇ ਡਾਕਟਰ ਆਪ ਕਿੱਦਾਂ ਬਣ ਸਕਦੇ ਹਾਂ। ਹਾਂਜੀ, ਵੀ ਡਾਕਟਰੀ ਲਈ ਤਾਂ ਇੱਕ ਬਹੁਤ ਵੱਡੀ ਬਹੁਤ ਲੰਬੀ ਪੜ੍ਹਾਈ ਕਰਨੀ ਪੈਂਦੀ ਹੈ। ਅਸਲ ਦੇ ਵਿੱਚ ਡਾਕਟਰ ਉਹ ਹੁੰਦਾ ਹੈ ਜਿਹੜਾ ਇਲਾਜ ਕਰਦਾ ਹੈ ਜੀ। ਉਹ ਜ਼ਰੂਰੀ ਨਹੀਂ ਕਿ ਐਲੋਪੈਥੀ ਦਾ MBBS MD ਹੀ ਇਲਾਜ ਕਰ ਸਕਦਾ ਹੈ। ਇਲਾਜ ਤੁਸੀਂ ਆਪਣਾ ਖੁਦ ਵੀ ਕਰ ਸਕਦੇ ਹੋ। ਜੇ ਤੁਸੀਂ ਆਪਣਾ ਇਲਾਜ ਖੁਦ ਕਰਦੇ ਹੋ ਤਾਂ ਤੁਸੀਂ ਵੀ ਡਾਕਟਰ ਹੋ ਜੀ। ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਸਮਝਾਉਣੀ ਚਾਹੁੰਦਾ, ਦੱਸਣੀ ਚਾਹੁੰਦਾ, ਜਿੱਦਣ ਤੁਸੀਂ ਘਰ ਬਣਾਇਆ ਸੀ ਹਾਂਜੀ, ਰਾਜ ਮਿਸਤਰੀ ਤੋਂ ਪੁੱਛਿਆ ਸੀ ਤੇਰੇ ਕੋਲ ਕਿਹੜੀ ਡਿਗਰੀ ਹੈ? ਹਾਂ, ਉਹ ਕਿੰਨੇ ਸੋਹਣੇ ਡਿਜ਼ਾਈਨ ਪਾ ਕੇ ਗਿਆ ਤੁਹਾਡੇ ਘਰ ਤੇ, ਕਿੰਨਾ ਵਧੀਆ ਘਰ ਤੁਹਾਡੇ ਡ੍ਰੀਮ ਹਾਊਸ ਬਣਾ ਕੇ ਗਿਆ, ਲੇਕਿਨ ਉਹਦੇ ਕੋਲ ਪਤਾ ਨਹੀਂ ਕੋਈ ਡਿਗਰੀ ਸੀ ਕਿ ਨਹੀਂ। ਜਦੋਂ ਪਲੰਬਰ ਦਾ ਕੰਮ ਕਰਾਇਆ ਸੀ ਤੁਸੀਂ ਉਦੋਂ ਪਲੰਬਰ ਨੂੰ ਪੁੱਛਿਆ ਸੀ ਡਿਗਰੀ ਹੈ ਕਿ ਨਹੀਂ? ਨਹੀਂ ਪੁੱਛਿਆ ਸੀ ਜੀ। ਕਾਰ ਆਪਣੀ ਗੱਡੀ ਮਕੈਨਿਕ ਕੋਲ ਲੈ ਕੇ ਜਾਂਦੇ ਤੁਸੀਂ ਮਕੈਨਿਕ ਨੂੰ ਪੁੱਛਦੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ ਕਿ ਨਹੀਂ? ਤਾਂ ਨਹੀਂ ਪੁੱਛਦੇ ਜੀ। ਇਸ ਕਰਕੇ ਇਲਾਜ ਕਰਨ ਵਾਲਾ ਵਿਅਕਤੀ ਜਿਹੜਾ ਲੋਕਾਂ ਨੂੰ ਠੀਕ ਕਰ ਰਿਹਾ ਉਹਦੇ ਤੋਂ ਡਿਗਰੀ ਪੁੱਛਣ ਦੀ ਲੋੜ ਨਹੀਂ ਹੈ। ਜੀ ਜੀ ਜੀ। ਇਸ ਕਰਕੇ ਕਿਉਂਕਿ ਮੈਂ ਇਸ ਤੋਂ ਅੱਗੇ ਵੱਧ ਕੇ ਗੱਲ ਕਰਨੀ ਚਾਹੁੰਦਾ ਵੀ ਸੱਚਿਓ ਤੁਸੀਂ ਕਿਸੇ ਡਿਗਰੀ ਕੀਤੇ ਹੋਏ ਬੰਦੇ ਨੂੰ ਕਹਿ ਕੇ ਦੇਖੋ ਤਾਂ ਮੇਰੀ ਗੱਡੀ ਠੀਕ ਕਰ ਦੇ। ਜੀ। ਤੁਸੀਂ ਕਿਸੇ ਡਿਗਰੀ ਕੀਤੇ ਹੋਏ ਬੰਦੇ ਨੂੰ ਕਹਿ ਕੇ ਮਤਲਬ ਇੱਕ ਇਲੈਕਟ੍ਰੀਕਲ ਇੰਜੀਨੀਅਰ ਦੀ ਡਿਗਰੀ ਕਰਨ ਵਾਲਾ ਬੱਚਾ ਜਿਹੜਾ ਹੈ ਉਹਨੂੰ ਉਹਦੇ ਸਾਹਮਣੇ ਪੱਖਾ ਖੋਲ ਕੇ ਰੱਖ ਦੇ, ਉਹਨੂੰ ਫਿੱਟ ਕਰਕੇ ਦਿਖਾ। ਤੇ ਇੱਕ 8 ਪੜ੍ਹਿਆ ਮੁੰਡਾ ਇੱਕ 5 ਪੜ੍ਹਿਆ ਬੱਚਾ ਜਿਹੜਾ ਉਹਨੂੰ ਠੀਕ ਕਰ ਦਿੰਦਾ, ਫਿੱਟ ਕਰ ਦਿੰਦਾ। ਤਾਂ ਇਹ ਕੋਈ ਮੁੱਦਾ ਨਹੀਂ ਹੈਗਾ ਕਿ ਕਿਹਦੇ ਕੋਲ ਕਿਹੜੀ ਡਿਗਰੀ ਹੈ। ਸਵਾਲ ਇਹ ਹੈ ਵੀ ਉਸ ਕਿੱਤੇ ਦੇ ਉੱਤੇ ਦੀ ਮੁਹਾਰਤ ਕਿੰਨੀ ਹੈ। ਜੀ ਜੀ। ਤਾਂ ਤੁਸੀਂ ਜਦੋਂ ਲਗਾਤਾਰ ਇਹ ਸਾਰੀਆਂ ਚੀਜ਼ਾਂ ਸਿੱਖ ਜਾਓਗੇ, ਲਗਾਤਾਰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਲੈ ਲਓਗੇ, ਤੁਸੀਂ ਆਪਣੇ ਡਾਕਟਰ ਖੁਦ ਬਣ ਸਕਦੇ ਹੋ। ਇਸ ਗੱਲ ਦਾ ਭਰੋਸਾ ਕਰੋ ਜੀ। ਠੀਕ ਹੈ। ਤੇ ਮੈਂ ਦੱਸਣਾ ਚਾਹੁੰਦਾ ਜੀ ਇਹਦੇ ਲਈ ਬਕਾਇਦਾ ਮੇਰਾ ਇੱਕ ਟ੍ਰੇਨਿੰਗ ਪ੍ਰੋਗਰਾਮ ਹੈ ਜਿਹੜਾ 1 ਮਹੀਨੇ ਦਾ ਆਨਲਾਈਨ ਟ੍ਰੇਨਿੰਗ ਹੈ। ਉਹਦੇ ਵਿੱਚ ਸਾਰੀਆਂ ਚੀਜ਼ਾਂ ਤੁਹਾਨੂੰ ਇੰਨੀ ਵਧੀਆ ਤਰੀਕੇ ਨਾਲ ਸਮਝਾ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਤੁਸੀਂ ਡਾਕਟਰ ਬਣ ਸਕਦੇ ਹੋ, ਖੁਦ ਆਪਣੇ ਪਰਿਵਾਰ ਦਾ ਇਲਾਜ ਆਪਣੇ ਘਰ ਕਰ ਸਕਦੇ ਹੋ। ਤੇ ਇਹਦੇ ਨਾਲ ਹੀ 27 ਦਸੰਬਰ ਨੂੰ ਜੀ ਇੱਕ ਟ੍ਰੇਨਿੰਗ ਸ਼ੁਰੂ ਕਰ ਰਿਹਾ ਮੈਂ ਜੀ। 27 ਦਸੰਬਰ ਨੂੰ 1 ਹਫ਼ਤੇ ਦੀ ਟ੍ਰੇਨਿੰਗ ਹੈ ਆਨਲਾਈਨ। ਉਹ ਸਿਰਫ ਕਿਡਨੀ ਦੇ ਮਰੀਜ਼ਾਂ ਲਈ ਹੈ ਜੀ। ਉਹ ਲੋਕ ਜਿਨ੍ਹਾਂ ਦੀ ਕਿਡਨੀ ਖਰਾਬ ਹੋ ਚੁੱਕੀ ਹੈ, ਜਿਨ੍ਹਾਂ ਨੂੰ ਡਾਕਟਰ ਕਹਿ ਰਿਹਾ ਕਿ ਤੁਹਾਡੀ ਕਿਡਨੀ ਬਦਲਣੀ ਪੈਣੀ ਹੈ। ਹਾਂਜੀ। ਉਹ ਲੋਕ ਜਿਨ੍ਹਾਂ ਦਾ ਡਾਇਲਿਸਿਸ ਹੋ ਰਿਹਾ ਲਗਾਤਾਰ ਜੀ, ਤੇ ਡਾਇਲਿਸਿਸ ਤੋਂ ਬਾਅਦ ਹੋਰ ਕੋਈ ਰਸਤਾ ਨਹੀਂ ਹੈ, ਕਿਡਨੀ ਬਦਲਣੀ ਹੀ ਪੈਂਦੀ ਹੈ ਜੀ। ਉਹਨਾਂ ਲੋਕਾਂ ਲਈ 5 ਦਿਨ ਦੀ ਟ੍ਰੇਨਿੰਗ ਹੈ ਜਿਹਦੇ ਚ ਸਿਖਾਵਾਂਗੇ ਕਿ ਤੁਹਾਡੀ ਪੁਰਾਣੀ ਕਿਡਨੀ ਹੀ ਕਿਵੇਂ ਕੰਮ ਕਰਨਾ ਸ਼ੁਰੂ ਕਰ ਸਕਦੀ ਹੈ। ਤੁਹਾਨੂੰ ਘਰ ਚ ਕੀ ਕਰਨਾ ਪਊਗਾ ਜਿਸ ਨਾਲ ਤੁਸੀਂ ਕਿਡਨੀ ਬਦਲਣ ਤੋਂ ਬਚ ਸਕਦੇ ਹੋ, ਤੁਹਾਡਾ ਡਾਇਲਿਸਿਸ ਵੀ ਬੰਦ ਹੋ ਸਕਦਾ ਹੈ ਜੀ। ਤੇ 27 ਦਸੰਬਰ ਤੋਂ ਸਟਾਰਟ ਹੋਏ ਤੇ ਉਹਦੀ ਫੀਸ ਸਿਰਫ 1500 ਰੁਪਏ ਹੈ ਜੀ। ਓਕੇ, ਠੀਕ ਹੈ। ਮੇਰੇ ਇਸੇ ਮੋਬਾਈਲ ਨੰਬਰ ਦੇ ਉੱਤੇ ਕੋਈ ਵੀ ਅਗਰ ਉਸ ਟ੍ਰੇਨਿੰਗ ਸ਼ਾਮਿਲ ਹੋਣਾ ਚਾਹੁੰਦਾ, ਮੇਰੇ ਇਸ ਮੋਬਾਈਲ ਨੰਬਰ ਤੇ ਪੇਟੀਐਮ ਹੈ, ਫੋਨ-ਪੇ ਹੈ, ਗੂਗਲ ਪੇ ਹੈ, 500 ਰੁਪਇਆ ਪੇ ਕਰਕੇ ਤੁਸੀਂ ਰਜਿਸਟਰਡ ਕਰ ਸਕਦੇ ਹੋ। ਤੇ 27 ਤਰੀਕ ਤੋਂ ਪਹਿਲਾਂ ਬਾਕੀ ਦਾ 1000 ਰੁਪਇਆ ਪੇ ਕਰਨਾ ਹੋਏਗਾ। ਇਸ ਟ੍ਰੇਨਿੰਗ ਨੂੰ ਲੈਣ ਤੋਂ ਬਾਅਦ ਤੁਹਾਨੂੰ ਸੱਚੇ ਹਸਪੀਟਲ ਜਾ ਕੇ ਦਾਖਲ ਹੋਣ ਦੀ ਲੋੜ ਨਹੀਂ ਪਏਗੀ। ਘਰ ਦੇ ਵਿੱਚ ਹੀ ਤੁਸੀਂ ਆਪਣੀ ਕਿਡਨੀ ਦਾ ਇਲਾਜ ਕਰ ਸਕਦੇ ਹੋ। स्वागत कर लिए जी डॉक्टर तेजपाल सिंह जी, तुहाडा बहुत ही प्यार भरी सत श्री अकाल। अज दे दिन दे विच शामिल हो जी, तुसीं वेलकम है जी तुहाडा। सत श्री अकाल जी ਮਨਜੀਤ ਮਾਨ जी, ਤੁਹਾਨੂੰ भी ਤੇ ਪ੍ਰਵਾਜ਼ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ श्री अकाल। हाँ जी, स्वागत है जी तुहाडा अज दे दिन दे विच। हाँ जी हाँ जी, अज दा साडा विशा जिहड़ा कि ਸਰੋਤਿਆਂ ਵੱਲੋਂ तय ਕੀਤਾ ਗਿਆ जी, ਜਾਂ ਪ੍ਰਵਾਜ਼ ਰੇਡੀਓ ਵੱਲੋਂ ਮੈਨੂੰ ਕਿਹਾ ਗਿਆ ਕਿ ਇਸ ਵਿਸ਼ੇ ਤੇ ਗੱਲ ਕਰਨੀ ਹੈ। ਤਾਂ ਅੱਜ ਆਪਾਂ
ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਖੁੱਲ ਕੇ ਹੱਸਣਾ ਤੇ ਖੁੱਲ ਕੇ ਰੋਣਾ ਕਿਉਂ ਜ਼ਰੂਰੀ ਹੈ। ਹਾਂਜੀ, ਸੋ ਇਹ ਜ਼ਰੂਰੀ ਵੀ ਸੀ ਜੀ, ਇਹ ਜ਼ਰੂਰੀ ਵੀ ਸੀ ਡਾਕਟਰ ਸਾਹਿਬ, ਕਿਉਂਕਿ ਇਸ ਮੰਚ ਦੇ ਨਾਲ ਇੱਕ ਨਹੀਂ ਹਜ਼ਾਰਾਂ ਲੋਕ ਜੁੜੇ ਨੇ। ਕਈਆਂ ਦੇ ਤਜਰਬੇ ਬੋਲ ਜਾਂਦੇ ਆ, ਕਈਆਂ ਦਾ ਹੁਨਰ ਬੋਲ ਜਾਂਦਾ, ਪਰ ਕਈਆਂ ਦੇ ਜਦੋਂ ਰੋਣੇ ਬੋਲਦੇ ਆ ਨਾ, ਇੱਥੇ ਉਹਨਾਂ ਰੋਣਿਆਂ ਦੇ ਵਿੱਚ ਕੁਝ ਗੀਤ ਬੋਲ ਜਾਂਦੇ ਹੈਗੇ, ਕਈ ਹਾਸੇ ਵਿੱਚ ਕਈਆਂ ਨੂੰ ਬਹੁਤ ਕੁਝ ਕਹਿ ਜਾਂਦੇ ਆ। ਸੋ ਫਿਰ ਜ਼ਰੂਰੀ ਬਣ ਗਿਆ ਸੀ ਇਸ ਸਵਾਲ ਨੂੰ ਰੱਖਣਾ, ਕਿਉਂਕਿ ਆਪਾਂ ਕੁਦਰਤੀ ਇਲਾਜ ਵੱਲ ਨਾ, ਔਰ ਨੈਚੁਰਲਪੈਥੀ ਦੇ ਵਿੱਚ ਇਹ ਜ਼ਰੂਰੀ ਹੈ ਕਿ ਤੁਸੀਂ ਨੈਚੁਰਲਿਟੀ ਕਿੰਨੀ ਆਪਣੇ ਵਿੱਚ ਰੱਖਦੇ ਹੋ, ਹੱਸ ਲੈਂਦੇ ਹੋ, ਰੋ ਲੈਂਦੇ ਹੋ, ਕਿ ਸਿਰਫ ਦਿਖਾਵਾ ਕਰਦੇ ਹੋ, ਦੋਨਾਂ ਚੀਜ਼ਾਂ ਦਾ। ਹਾਂਜੀ ਜੀ ਜੀ ਜੀ, ਮਤਲਬ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਕੁਦਰਤ ਨੇ ਇਹ ਚੀਜ਼ ਰੋਣਾ ਤੇ ਹੱਸਣਾ ਜੀ ਇਹ ਇਨਸਾਨ ਨੂੰ ਬਖਸ਼ੀ ਹੈ। ਹਾਂਜੀ, ਮਤਲਬ ਤੁਸੀਂ ਦੇਖਿਆ ਹੋਣਾ, ਪਰ ਹਾਲਾਂਕਿ ਕਿਹਾ ਜਾਂਦਾ ਹੈ ਪਸ਼ੂ ਵੀ ਰੋਂਦੇ ਨੇ ਜਾਂ ਫੀਲਿੰਗਸ ਹੁੰਦੀਆਂ ਨੇ, ਥੋੜੀਆਂ ਬਹੁਤ, ਉਨੀਆਂ ਨਹੀਂ, ਥੋੜੀਆਂ ਬਹੁਤ ਫੀਲਿੰਗਸ ਜਾਨਵਰਾਂ ਦੇ ਅੰਦਰ ਵੀ ਹੁੰਦੀਆਂ ਨੇ, ਲੇਕਿਨ ਖੁੱਲ ਕੇ ਹੱਸਣਾ, ਤੁਸੀਂ ਕਿਸੇ ਮੱਝ ਨੂੰ ਹੱਸਦੇ ਨਹੀਂ ਦੇਖਿਆ ਹੋਣਾ, ਕਿਸੇ ਗਾਂ ਨੂੰ ਹੱਸਦੇ ਨਹੀਂ ਦੇਖਿਆ ਹੋਣਾ ਜੀ। ਮਤਲਬ ਇੱਕ ਆਪਣੇ ਦੋਨਾਂ ਬੁੱਲਾਂ ਨੂੰ ਪਿੱਛੇ ਨੂੰ ਕਰਕੇ ਚਿਹਰੇ ਦੇ ਉੱਤੇ ਖਿੜਖੜਾਹਟ, ਮੁਸਕਰਾਹਟ ਲੈ ਕੇ ਆਉਣਾ, ਇਹ ਇਨਸਾਨ ਦੇ ਹਿੱਸੇ ਹੀ ਆਇਆ। ਬਿਲਕੁਲ ਜੀ। ਤੇ ਜਿਹੜੀ ਚੀਜ਼ ਕੁਦਰਤ ਨੇ ਸਾਨੂੰ ਬਖਸ਼ੀ ਹੈ, ਅਸੀਂ ਉਹਦੇ ਉੱਤੋਂ ਮਤਲਬ ਕਿਵੇਂ ਪਾਸੇ ਹੋ ਸਕਦੇ ਹਾਂ ਜੀ, ਹੋਣਾ ਨਹੀਂ ਚਾਹੀਦਾ ਜੀ। ਜਦੋਂ ਆਪਾਂ ਰੋਣ ਦੀ ਗੱਲ ਕਰਦੇ ਹਾਂ ਤਾਂ ਕਹਿੰਦੇ ਹੁੰਦੇ ਨੇ ਕਿ ਇਨਸਾਨ ਧਰਤੀ ਤੇ ਆਉਣਾ ਹੀ ਰੋਂਦਾ ਹੋਇਆ ਜੀ। ਕਹਿੰਦਾ ਜਦੋਂ ਬੱਚਾ ਪੈਦਾ ਹੁੰਦਾ, ਜੇ ਉਹ ਨਾ ਰੋਵੇ ਤਾਂ ਉਹਨੂੰ ਐਬਨੋਰਮਲ ਸਮਝਿਆ ਜਾਂਦਾ। ਜੀ ਬਿਲਕੁਲ ਜੀ। ਹਾਂ, ਡਾਕਟਰ ਜਾਂ ਨਰਸ ਜਿਹੜੇ ਉਹਦੇ ਮਾਰ ਕੇ ਥਪੇੜੇ ਉਹਨੂੰ ਰੋਣ ਦੀ ਕੋਸ਼ਿਸ਼ ਕਰਦੇ। ਹਾਂਜੀ, ਇਸ ਕਰਕੇ ਰੋਣਾ ਵੀ ਸਾਡੇ ਜੀਵਨ ਦਾ ਇੱਕ ਹਿੱਸਾ ਹੈ ਜੀ, ਲੇਕਿਨ ਇਹਨੂੰ ਸਾਨੂੰ ਨਾ ਥੋੜਾ ਜਿਹਾ ਬਰੀਕੀ ਨਾਲ ਸਮਝਣਾ ਪਏਗਾ ਜੀ। ਜਿਹੜੀ ਹੱਸਣ ਦੀ ਗੱਲ ਆ, ਹੱਸਣ ਤੇ ਰੋਣ ਦੇ ਵਿੱਚ ਥੋੜਾ ਜਿਹਾ ਫਰਕ ਆਊਗਾ। ਹੱਸਣ ਦਾ ਮਤਲਬ ਤਾਂ ਇਹ ਹੈ ਕਿ ਤੁਹਾਨੂੰ ਬਿਨਾਂ ਵਜ੍ਹਾ ਵੀ ਹੱਸਣਾ ਚਾਹੀਦਾ। ਅੱਛਾ ਜੀ। ਕਿਉਂਕਿ ਹੱਸਣ ਦੇ ਨਾਲ ਸਾਡੇ ਸਰੀਰ ਦੇ ਅੰਦਰ, ਸਾਡੇ ਬ੍ਰੇਨ ਦੇ ਅੰਦਰ ਕੁਝ ਹਾਰਮੋਨ ਹੁੰਦੇ ਨੇ ਜਿਹੜੇ ਸਾਨੂੰ ਤਣਾਅ ਵੱਲ ਲੈ ਕੇ ਜਾਂਦੇ ਨੇ, ਜਿਹੜੇ ਸਾਨੂੰ ਸਾਡੀ ਸਰੀਰ ਦੇ ਵਿੱਚ ਦਰਦ ਪੈਦਾ ਕਰਦੇ ਨੇ, ਕੁਝ ਇਸ ਕਿਸਮ ਦੀਆਂ ਮਤਲਬ ਸਥਿਤੀਆਂ ਪੈਦਾ ਕਰਦੇ ਨੇ ਹਾਰਮੋਨ ਜਿਹੜੇ, ਉਹ ਹਾਰਮੋਨ ਜਿਹੜੇ ਆ ਉਹ ਬਣਨੇ ਘੱਟ ਜਾਂਦੇ ਨੇ, ਬੰਦ ਹੋ ਜਾਂਦੇ ਜੀ। ਤਾਂ ਹੱਸਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ ਜੀ, ਔਰ ਖੁੱਲ ਕੇ ਹੱਸਣਾ ਬਹੁਤ ਜ਼ਰੂਰੀ ਹੈ। ਕਿਉਂਕਿ ਮਤਲਬ ਤੁਸੀਂ ਇਹ ਸਮਝ ਸਕਦੇ ਹੋ, ਜੇ ਕੋਈ ਬੰਦਾ ਸਵੇਰੇ ਸੈਰ ਨਹੀਂ ਕਰਨ ਜਾਂਦਾ, ਕੋਈ ਐਕਸਰਸਾਈਜ਼ ਨਹੀਂ ਕਰਦਾ, ਉਹ 1 ਘੰਟਾ ਖੁੱਲ ਕੇ ਹੱਸ ਲੈਂਦਾ ਜੀ, ਤਾਂ ਉਹ ਉਹਨਾਂ ਲਾਭ ਜਾਂ ਉਸ ਤੋਂ ਜ਼ਿਆਦਾ ਲਾਭ ਜਿਹੜਾ ਉਹਨੂੰ ਮਿਲ ਸਕਦਾ ਹੈ। ਕਿਉਂਕਿ ਹੱਸਣ ਨਾਲ ਮਤਲਬ ਬਹੁਤ ਸਾਰੀਆਂ ਚੀਜ਼ਾਂ ਨੇ, ਸਾਡੇ ਸਰੀਰ ਦੇ ਕਾਫੀ ਸਾਰੇ ਹਿੱਸੇ ਦੀ ਐਕਸਰਸਾਈਜ਼ ਹੁੰਦੀ ਹੈ ਜੀ। ਖਾਸ ਤੌਰ ਜਦੋਂ ਅਸੀਂ ਹੱਸਦੇ ਆ, ਖੁੱਲ ਕੇ ਹੱਸਦੇ ਆ, ਤੁਸੀਂ ਦੇਖੋਗੇ ਤੁਹਾਡਾ ਪੇਟ ਅੰਦਰ ਜਾਂਦਾ ਹੈ। ਹਾਂਜੀ, ਪੇਟ ਦੁਖਣ ਲੱਗ ਪੈਂਦਾ। ਹਾਂ, ਸੱਚੀ ਹੈ ਜੀ, ਹੈ ਨਾ। ਕਹਿੰਦੇ ਨਹੀਂ ਮੇਰਾ ਇੰਨਾ ਹੱਸਿਆ ਮੈਂ ਪੇਟ ਦੁਖਣ ਲੱਗ ਪਿਆ। ਹਾਂਜੀ, ਦੁਖਣ ਦਾ ਮਤਲਬ ਹੈ ਕਿ ਸਾਡੇ ਪੇਟ ਦੇ ਮਸਲ ਜਿਹੜੇ ਅੰਦਰ ਬਾਹਰ ਹੁੰਦੇ ਨੇ ਲਗਾਤਾਰ, ਤੇ ਉਹਨਾਂ ਦੀ ਐਕਸਰਸਾਈਜ਼ ਹੁੰਦੀ ਹੈ। ਇਹ ਕਹਿ ਲਓ ਕਿ ਅਸੀਂ ਪ੍ਰਾਣਾਯਾਮ ਇੱਕ ਤਰ੍ਹਾਂ ਦਾ ਕਰ ਲੈਂਦੇ ਹਾਂ ਜਦੋਂ ਹੱਸਦੇ ਆ ਜੀ। ਜਦੋਂ ਹੱਸਦੇ ਆ ਤਾਂ ਮਤਲਬ ਲੰਬੇ ਸਾਹ ਆਉਂਦੇ ਨੇ ਸਾਨੂੰ, ਆਕਸੀਜਨ ਦੀ ਭਰਪੂਰ ਮਾਤਰਾ ਸਾਡੇ ਅੰਦਰ ਜਾਂਦੀ ਹੈ ਔਰ ਕਾਰਬਨ ਡਾਈਆਕਸਾਈਡ ਜਿਹੜੀ ਉਹ ਬਾਹਰ ਨਿਕਲਦੀ ਹੈ। ਕੀ ਬਾਤ ਹੈ। ਆਪਾਂ ਸਾਰੇ ਜਾਣਦੇ ਆ ਜੀ, ਸਾਰੇ ਜਾਣਦੇ ਆ ਕਿ ਆਕਸੀਜਨ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਹੈ। ਹਾਂਜੀ, ਜਦੋਂ ਕੋਈ ਇਨਸਾਨ ਸਾਹ ਲੈਂਦਾ, ਨਾਰਮਲੀ ਆਪਾਂ ਜਦੋਂ ਸਾਹ ਲੈਂਦੇ ਆ ਜੀ, ਤਾਂ ਸਾਡੇ ਫੇਫੜੇ ਜਿਹੜੇ ਆ ਉਹ ਪੂਰੀ ਤਰ੍ਹਾਂ ਨਹੀਂ ਖੁੱਲਦੇ। ਮਤਲਬ ਸਾਡੇ ਫੇਫੜਿਆਂ ਦੇ ਅੰਦਰ ਛੋਟੇ ਛੋਟੇ ਗੁਬਾਰੇ ਹੁੰਦੇ ਨੇ ਜੀ, ਬਹੁਤ ਸਾਰੇ। ਉਹਨਾਂ ਗੁਬਾਰਿਆਂ 'ਚ ਹਵਾ ਭਰਦੀ ਹੈ, ਨਿਕਲਦੀ ਹੈ, ਹਵਾ ਭਰਦੀ ਹੈ, ਫੁੱਲਦੇ ਪਿਚਕਦੇ ਨੇ ਉਹ ਜੀ।
ਜਦੋਂ ਅਸੀਂ ਇੱਕ ਨਾਰਮਲ ਜ਼ਿੰਦਗੀ ਜਿਉਂਦੇ ਆ, ਪੈਦਲ ਤੁਰਦੇ ਆ ਜਾਂ ਮਤਲਬ ਆਮ ਘਰ ਦੇ ਛੋਟੇ ਛੋਟੇ ਕੰਮਕਾਰ ਕਰਦੇ ਆ, ਤਾਂ ਸਾਡੇ ਉਹ ਫੇਫੜੇ ਨਾ ਥੋੜਾ ਜਿਹਾ ਖੁੱਲਦੇ ਨੇ, ਥੋੜਾ ਜਿਹਾ ਫੁੱਲਦੇ ਨੇ, ਥੋੜਾ ਸਿੰਗੜਦੇ ਨੇ, ਥੋੜਾ ਫੁੱਲਦੇ ਨੇ, ਥੋੜਾ ਸਿੰਗੜਦੇ ਨੇ। ਜਦੋਂ ਅਸੀਂ ਲੰਬੇ ਸਾਹ ਲੈਂਦੇ ਆ, ਜਦੋਂ ਅਸੀਂ ਦੌੜਦੇ ਆ, ਜਦੋਂ ਅਸੀਂ ਕੋਈ ਭਾਰੀ ਕੰਮ ਕਰਦੇ ਆ, ਜਾਂ ਜਦੋਂ ਅਸੀਂ ਜੋਰ ਕੇ ਹੱਸਦੇ ਆ, ਤਾਂ ਜਦੋਂ ਅਸੀਂ ਲੰਬਾ ਸਾਹ ਆਉਂਦਾ ਸਾਨੂੰ, ਤਾਂ ਉਹ ਸਾਡੇ ਫੇਫੜੇ ਜਿਹੜੇ ਆ, ਉਹ ਗੁਬਾਰੇ ਜਿਹੜੇ ਆ ਪੂਰਾ ਭਰਦੇ ਨੇ ਤੇ ਪੂਰਾ ਕੰਮ ਕਰਦੇ ਨੇ। ਤਾਂ ਇੱਕ ਤਰ੍ਹਾਂ ਨਾਲ ਉਹਨਾਂ ਦੀ ਐਕਸਰਸਾਈਜ਼ ਹੁੰਦੀ ਹੈ। ਤੇ ਦੂਸਰੀ ਗੱਲ ਜਿਹੜੀ ਹੈ ਕਿ ਹੱਸਣਾ ਕਦੀ ਵੀ ਕਿਸੇ ਵੀ ਸਥਿਤੀ ਵਿੱਚ ਨੁਕਸਾਨਦਾਇਕ ਨਹੀਂ ਹੋ ਸਕਦਾ। ਮਤਲਬ ਜਿਵੇਂ ਆਪਾਂ ਕਹਿੰਦੇ ਹਾਂ ਕਿ ਆਪਾਂ ਇੱਕ ਗੋਲੀ ਖਾਂਦੇ ਹਾਂ, ਉਹਦੇ ਕੁਝ ਸਾਈਡ ਇਫੈਕਟ ਹੁੰਦੇ ਨੇ, ਕੋਈ ਅੰਗਰੇਜ਼ੀ ਦਵਾ ਖਾਂਦੇ ਉਹਦੇ ਸਾਈਡ ਇਫੈਕਟ ਹੁੰਦੇ ਨੇ, ਕਿਸੇ ਆਯੁਰਵੇਦ ਦੇ ਵੀ ਕਿਸੇ ਬੰਦੇ ਨੂੰ ਕੋਈ ਸਾਈਡ ਇਫੈਕਟ ਆ ਸਕਦੇ ਨੇ। ਮਤਲਬ ਗਰਮ ਚੀਜ਼ ਖਾ ਲਈ, ਉਸ ਬੰਦੇ ਦੀ ਤਸੀਰ ਗਰਮ ਹੈ, ਉਹਨੂੰ ਇਹ ਲੱਗ ਸਕਦਾ ਹੈ। ਲੇਕਿਨ ਹੱਸਣ ਦੇ ਕੋਈ ਸਾਈਡ ਇਫੈਕਟ ਜਿਹੜੇ ਆ, ਬੈਡ ਸਾਈਡ ਇਫੈਕਟ ਨਹੀਂ ਆਉਂਦੇ। ਇਸ ਕਰਕੇ ਬਹੁਤ ਸਾਰੇ ਕੰਮ ਅੱਜ ਦੀ ਤਾਰੀਖ 'ਚ ਅਸੀਂ ਇਸ ਕਰਕੇ ਨਹੀਂ ਕਰਦੇ ਕਿ ਲੋਕ ਕੀ ਕਹਿਣਗੇ। ਸਭ ਤੋਂ ਵੱਡੀ ਬਿਮਾਰੀ ਤਾਂ ਇਹੀ ਹੈ ਵੀ ਲੋਕ ਕੀ ਕਹਿਣਗੇ। ਮਤਲਬ ਇੱਕ ਕਹਾਵਤ ਹੈ ਜੀ, ਸਭ ਸੇ ਬੜਾ ਰੋਗ ਕਿਆ ਕहेंगे ਲੋग। ਇਹ ਵਿਚਾਰ ਜਿਹੜਾ ਹੈ ਨਾ, ਇਹ ਆਪਣੇ ਆਪ ਸਭ ਤੋਂ ਵੱਡੀ ਬਿਮਾਰੀ ਹੈ। ਤੁਸੀਂ ਯਕੀਨ ਕਰਿਓ ਜੀ ਵੀ ਮੇਰੇ ਤੋਂ ਵੱਡੇ ਬ੍ਰਦਰ ਨਵਾਂ ਸ਼ਹਿਰ ਰਹਿੰਦੇ ਨੇ, ਬਿਜਲੀ ਬੋਰਡ ਦੇ ਵਿੱਚ ਐਸਡੀਓ ਰਿਟਾਇਰ ਹੋਏ ਨੇ। ਉਹਨਾਂ ਕੋਲੇ ਸਰਕਾਰੀ ਕੁਆਟਰ ਸੀਗਾ। ਜਦੋਂ ਮੈਂ ਉੱਥੇ ਜਾਣਾ ਤਾਂ ਉਹ ਮੈਨੂੰ ਭਰਜਾਈ ਨੇ ਕਹਿੰਦੇ ਹੁੰਦੇ ਸੀ ਵੀ ਕਹਾਣੀ ਬੋਲਿਆ ਕਰ, ਸਾਡੇ ਆਲੇ ਦੁਆਲੇ ਸਾਰੇ ਗੁਆਂਢੀ ਨੂੰ ਪਤਾ ਲੱਗ ਜਾਂਦਾ ਵੀ ਤੇਜਪਾਲ ਆਏ। ਮੇਰਾ ਸ਼ੁਰੂ ਤੋਂ ਹੀ ਮਤਲਬ ਉੱਚੀ ਬੋਲਣਾ, ਉੱਚੀ ਹੱਸਣਾ ਸ਼ੁਰੂ ਤੋਂ ਸੁਭਾਅ ਆ। ਇਵੇਂ ਵੱਡੇ ਭਾਈ ਸਾਹਿਬ ਨੇ, ਉਹਨਾਂ ਦੇ ਵੀ ਮੋਹਾਲੀ 'ਚ ਕੋਠੀ ਆ, ਉੱਪਰ ਕਿਰਾਏਦਾਰ ਰਹਿੰਦੇ ਨੇ, ਤੇ ਉੱਥੇ ਸਾਰੇ ਆਲੇ ਦੁਆਲੇ ਗੁਆਂਢੀਆਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਦਾ ਛੋਟਾ ਭਰਾ ਆਇਆ ਹੋਇਆ। ਦੱਸਣ ਦੀ ਲੋੜ ਹੀ ਨਹੀਂ, ਸਾਡੀ ਛਾਪ ਹੀ ਏਦਾਂ ਦੀ ਹੈ ਕਿ ਪਤਾ ਲੱਗ ਜਾਂਦਾ ਕੋਈ ਆ ਗਿਆ। ਮੈਨੂੰ ਇਹ ਲੱਗਦਾ ਜੀ ਮੇਰੀ ਤੰਦਰੁਸਤੀ ਦਾ ਰਾਜ ਜਿਹੜਾ ਇਹੀ ਹੈ ਵੀ ਹੱਸਣ ਜਾਂ ਬੋਲਣ ਵੇਲੇ ਕੋਈ ਸੰਕੋਚ ਨਹੀਂ। ਬੋਲਣ ਤੋਂ ਭਾਵ ਇਹ ਨਹੀਂ ਹੈ ਕਿ ਸ਼ਬਦਾਂ ਦਾ ਚੁਣਾਵ 'ਚ ਸੰਕੋਚ ਨਹੀਂ ਹੈ। ਸ਼ਬਦਾਂ ਦਾ ਚੁਣਾਵ ਤਾਂ ਤੁਹਾਨੂੰ ਕਰਨਾ ਹੀ ਪੈਣਾ ਹੈ ਨਾ। ਉੱਥੇ ਤਾਂ ਸੰਕੋਚ ਹੁੰਦਾ ਹੀ ਹੈ ਕਿ ਮਾੜੇ ਸ਼ਬਦ ਤੁਹਾਡੇ ਮੂੰਹ ਤੋਂ ਨਾ ਨਿਕਲਣ, ਉਹ ਜ਼ਰੂਰੀ ਹੈ। ਲੇਕਿਨ ਮਤਲਬ ਦਬੀ ਹੋਈ ਆਵਾਜ਼ 'ਚ ਹੋਣ, ਤੁਸੀਂ ਆਪਣੇ ਆਪ ਨੂੰ ਇਸ ਕਰਕੇ ਘੁੱਟ ਕੇ ਰੱਖੋ ਵੀ ਯਾਰ ਲੋਕੀ ਕੀ ਕਹਿਣਗੇ, ਇਹ ਮਾੜੀ ਗੱਲ ਹੈ, ਇਹ ਗਲਤ ਗੱਲ ਹੈ। ਲੋਕਾਂ ਦੀ ਪਰਵਾਹ ਨਾ ਕਰੋ। ਕਿਉਂਕਿ ਜਦੋਂ ਤੁਸੀਂ ਬਿਮਾਰ ਹੁੰਦੇ ਹੋ, ਜਦੋਂ ਤੁਹਾਡੇ ਨਾਲ ਕੁਛ ਵੀ ਮਾੜਾ ਵਾਪਰਦਾ ਤੇ ਤੁਸੀਂ ਖੁਦ ਪ੍ਰਭਾਵਿਤ ਹੁੰਦੇ ਹੋ, ਲੋਕ ਕੋਈ ਪਰਵਾਹ ਨਹੀਂ ਕਰਦਾ। ਬਿਲਕੁਲ ਸਹੀ ਗੱਲ ਹੈ ਜੀ। ਇਸ ਕਰਕੇ ਤੁਸੀਂ ਆਪਣੇ ਆਪ ਨੂੰ ਖੁਸ਼ ਰੱਖਣ ਲਈ, ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਇਸ ਗੱਲ ਦੀ ਪਰਵਾਹ ਨਾ ਕਰੋ ਕਿ ਲੋਕ ਕੀ ਕਹਿਣਗੇ। ਤਾਂ ਖੁੱਲ ਕੇ ਹੱਸਣਾ ਜਾਂ ਤੁਸੀਂ ਦੇਖੋ ਅੱਜ ਕੱਲ ਤਾਂ, ਪਹਿਲਾਂ ਸਿਹਤ ਵਿਗਿਆਨ ਨੇ ਇੰਨੀ ਤਰੱਕੀ ਨਹੀਂ ਸੀ ਕੀਤੀ ਜਾਂ ਇੰਨੀਆਂ ਡੀਪ ਖੋਜਾਂ ਨਹੀਂ ਸੀ ਹੋਈਆਂ ਵੀ ਲੋਕਾਂ ਨੂੰ ਇਹ ਨਹੀਂ ਸੀ ਪਤਾ ਵੀ ਹੱਸਣ ਦੇ ਕੀ ਫਾਇਦੇ ਹੁੰਦੇ ਨੇ ਜਾਂ ਹੋਰ। ਹੁਣ ਤਾਂ ਕੱਲੀ ਚੀਜ਼, ਹਰ ਹਾਰਮੋਨ ਦਾ ਨਾਮ ਵੀ ਦੱਸ ਦਿੰਦੇ ਨੇ ਵੀ ਆਹ ਵਾਲੇ ਹਾਰਮੋਨ ਜਿਹੜੇ ਰਿਲੀਜ਼ ਹੁੰਦੇ ਨੇ, ਆਹ ਵਾਲੇ ਹਾਰਮੋਨ ਘੱਟ ਜਾਂਦੇ ਨੇ, ਜਿਹਦੇ ਕਰਕੇ ਸਾਡੇ ਸਰੀਰ ਨੂੰ, ਉਹ ਟੈਕਨੀਕਲ ਚੀਜ਼ਾਂ ਨੇ ਜੀ, ਹਾਰਮੋਨ ਦੇ ਨਾਮ ਬੜੇ ਉਹ ਨੇ, ਨਾ ਹੀ ਮੈਨੂੰ ਲੱਗਦਾ ਲੋੜ ਹੈ ਤੇ ਨਾ ਹੀ ਉਹਦੇ ਮੈਨੂੰ ਸਾਰਿਆਂ ਦੇ ਨਾਮ ਪਤਾ ਨੇ। ਪਰ ਹੱਸਣ ਵੇਲੇ ਜਦੋਂ ਅਸੀਂ ਹੱਸਦੇ ਹਾਂ ਤਾਂ ਸਾਡੇ ਸਰੀਰ ਦੇ ਅੰਦਰ, ਸਾਡੇ ਬ੍ਰੇਨ ਦੇ ਅੰਦਰ ਕੁਝ ਇਹੋ ਜਿਹੇ ਹਾਰਮੋਨ ਪੈਦਾ ਹੁੰਦੇ ਨੇ ਜਿਹੜੇ ਸਾਡੇ ਸਰੀਰ ਨੂੰ ਤੰਦਰੁਸਤ ਰੱਖਦੇ ਨੇ, ਤੇ ਉਹ ਹਾਰਮੋਨ ਜਿਹੜੇ ਆ ਉਹ ਪੈਦਾ ਹੋਣੇ ਬੰਦ ਹੋ ਜਾਂਦੇ ਨੇ, ਜਿਹੜੇ ਸਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਨੇ, ਜਦੋਂ ਸਾਨੂੰ ਸਟ੍ਰੈਸ 'ਚ ਰੱਖਦੇ ਨੇ। ਸਟ੍ਰੈਸ ਹਾਰਮੋਨ ਹੀ ਆਮ ਤੌਰ ਤੇ ਕਿਹਾ ਜਾਂਦਾ, ਤੁਹਾਨੂੰ ਸਟ੍ਰੈਸ ਹਾਰਮੋਨ ਨੇ ਜਿਹੜੇ ਉਹ ਬਣਨੇ ਬੰਦ ਹੋ ਜਾਂਦੇ ਨੇ। ਇਸ ਲਈ ਜਦੋਂ ਕੋਈ ਏਦਾਂ ਦਾ ਮਰੀਜ਼ ਆਉਂਦਾ ਆ ਜੋ ਕਿਸੇ ਕਾਰਨ ਡਿਪਰੈਸ਼ਨ ਦੇ ਵਿੱਚ ਹੁੰਦਾ ਜਾਂ ਦੁੱਖ ਦੀ ਘੜੀ ਦੇ ਵਿੱਚ ਹੁੰਦਾ, ਤਾਂ ਫਿਰ ਉਹਨੂੰ ਵੱਧ ਤੋਂ ਵੱਧ ਐਕਸਰਸਾਈਜ਼ ਦੇ ਰੂਪ ਦੇ ਵਿੱਚ ਬੁਲਾਇਆ ਜਾਂਦਾ ਹੈ, ਬੁਲਾ ਕੇ ਵਧੀਆ ਗੱਲਾਂ ਕੀਤੀਆਂ ਜਾਂਦੀਆਂ ਤਾਂ ਕਿ ਉਹ ਕਿਸੇ ਵੀ ਗੱਲ ਤੇ ਆਪਣੀ ਰਿਐਕਸ਼ਨ ਜਿਹੜਾ ਉਹ ਦੇਵੇ, ਉਹ ਹੱਸੇ ਜਾਂ ਉਹ ਬੋਲੇ। ਤਾਂ ਹੀ ਇਸ ਲਈ ਇਹ ਥੈਰੇਪੀ ਜ਼ਿਆਦਾ ਜਿਹੜੀ ਅੱਜ ਦੇ ਸਮਾਜ ਦੇ ਵਿੱਚ ਵਰਤੀ ਜਾਂਦੀ ਹੈ। ਬਿਲਕੁਲ
ਬਿਲਕੁਲ ਤੁਸੀਂ ਦੇਖੋ ਵੀ ਤੁਸੀਂ ਆਮ ਪਾਰਕਾਂ ਦੇ ਵਿੱਚ ਲਾਫਟਰ ਥੈਰੇਪੀ ਜਿਹੜੀ ਹੈ ਲੋਕ ਨਕਲੀ ਹਾਸਾ ਹੱਸਦੇ। ਹਾਂਜੀ ਹੈ ਨਾ, ਨਕਲੀ ਹਾਸਾ ਹੱਸਣ ਦੇ ਪਿੱਛੇ ਕਿਉਂਕਿ ਅਸਲ ਦੇ ਵਿੱਚ ਇਹ ਇੱਕ ਸੱਚਾਈ ਹੈ ਕਿ ਸਾਡੀ ਜ਼ਿੰਦਗੀ ਜਿਹੜੀ ਹੈ, ਜਿਹੜਾ ਪੂੰਜੀਵਾਦੀ ਮਾਡਲ ਹੈ ਨਾ ਜੀ, ਵਿਕਾਸ ਦਾ ਜਿਹੜਾ ਪੂੰਜੀਵਾਦੀ ਮਾਡਲ ਹੈ, ਇਹ ਮਾਡਲ ਜਿਹੜਾ ਹੈ ਸਿਰਫ ਤੇ ਸਿਰਫ ਪੈਸੇ ਤੇ ਫੋਕਸ ਹੁੰਦਾ ਹੈ, ਪ੍ਰੋਫਿਟ ਤੇ ਮੁਨਾਫੇ ਤੇ ਫੋਕਸ ਹੁੰਦਾ। ਜੀ ਜੀ ਬਿਲਕੁਲ। ਇਹਦੇ ਵਿੱਚ ਲੋਕਾਂ ਦੀ ਸਿਹਤ ਕਿੱਦਾਂ ਦੀ ਹੋਵੇ, ਉਹ ਕਿਹੋ ਜਿਹੇ ਮਤਲਬ ਵਿਚਾਰਾਂ ਦੇ ਹੋਣ, ਇਸ ਗੱਲ ਦਾ ਉਹਨਾਂ ਨੂੰ ਕੋਈ ਮਤਲਬ ਨਹੀਂ ਹੈ। ਜਿਹੜੇ ਲੋਕ ਇਹਦੇ ਤੇ ਰਾਜ ਕਰਦੇ ਨੇ ਜਾਂ ਕਹਿ ਲਓ ਜਿਹੜੇ ਨੂੰ ਚਲਾ ਰਹੇ ਨੇ ਸਿਸਟਮ ਨੂੰ, ਉਹਨਾਂ ਦਾ ਇੱਕੋ ਹੀ ਫੋਕਸ ਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪੈਸਾ ਜਿਹੜਾ ਉਹ ਕਿਵੇਂ ਆਮ ਲੋਕਾਂ ਦੀਆਂ ਜੇਬਾਂ ਚੋਂ ਕੱਢ ਕੇ ਸਾਡੀਆਂ ਜੇਬਾਂ 'ਚ ਆ ਸਕਦਾ। ਬਿਲਕੁਲ ਜੀ। ਇਸ ਕਰਕੇ ਇਸ ਪੂੰਜੀਵਾਦੀ ਮਾਡਲ ਨੇ ਇਸ ਤਰ੍ਹਾਂ ਦਾ ਮਾਹੌਲ ਸਿਰਜ ਦਿੱਤਾ ਹੈ ਕਿ ਲੋਕਾਂ ਕੋਲ ਹੱਸਣ ਦੇ ਕਾਰਨ ਘਟ ਗਏ ਨੇ। ਸਹੀ ਗੱਲ ਹੈ। ਬਹੁਤ ਜ਼ਿਆਦਾ ਚੀਜ਼ਾਂ ਇਦਾਂ ਦੀਆਂ ਆਲੇ ਦੁਆਲੇ ਆ ਰਹੀਆਂ ਨੇ ਔਰ ਆਪਾਂ ਉਹਨਾਂ ਸਾਰੇ ਸਿਸਟਮ ਦੇ ਵਿੱਚ ਹੈ। ਹਾਸੇ ਹੁਣ ਨਹੀਂ ਲੱਭਦੇ, ਖੁੱਲ ਕੇ ਹੱਸਣ ਵਾਲਾ ਵੀ ਤੁਹਾਨੂੰ ਛੇਤੀ ਛੇਤੀ ਕਿਤੇ ਨਹੀਂ ਮਿਲੇਗਾ। ਹਾਂ, ਮਤਲਬ ਤੁਸੀਂ ਦੇਖੋ ਵੀ ਮਤਲਬ ਛੋਟੀ ਛੋਟੀ ਗੱਲ ਤੇ ਹੱਸਣਾ, ਖੁਸ਼ ਹੋਣਾ, ਕਿਉਂਕਿ ਟੈਨਸ਼ਨਾਂ ਹੀ ਇੰਨੀਆਂ ਨੇ। ਤੁਹਾਨੂੰ ਇਸ ਲੈਵਲ ਤੱਕ ਉਹ ਲੈ ਆਏ ਨੇ ਕਿ ਤੁਹਾਨੂੰ ਸਰਵਾਈਵ ਕਰਨ ਲਈ ਤੁਸੀਂ ਦੇਖੋ ਪਿਛਲੇ ਸਮੇਂ 'ਚ ਆਪਾਂ ਦੇਖਦੇ ਵੀ ਇੱਕ ਮੈਂਬਰ ਕਮਾਉਂਦਾ ਸੀ ਤਾਂ ਸਾਰਾ ਟੱਬਰ ਖਾਈ ਜਾਂਦਾ ਸੀ। ਬਿਲਕੁਲ ਜ਼ਰੂਰੀ ਨਹੀਂ ਸੀਗਾ ਕਿ ਪਰਿਵਾਰ ਦੇ ਸਾਰੇ ਮੈਂਬਰ ਕੰਮ ਕਰਨ। ਅੱਜ ਅਸੀਂ ਇਸ ਲੈਵਲ ਤੇ ਪਹੁੰਚ ਗਏ ਹਾਂ ਕਿ ਜੇ ਸਾਰੇ ਜੀ ਕੰਮ ਨਹੀਂ ਕਰਦੇ ਤਾਂ ਗੁਜ਼ਾਰਾ ਨਹੀਂ ਹੁੰਦਾ। ਬਿਲਕੁਲ ਸਹੀ ਕਿਹਾ ਤੁਸੀਂ, ਹੈ ਨਾ। ਆਪਾਂ ਫਿਰ ਉਸੇ ਗੱਲ ਤੇ ਆਵਾਂਗੇ, ਇਹਦੇ ਪਿੱਛੇ ਵਜ੍ਹਾ ਕੀ ਹੈ? ਵਜ੍ਹਾ ਇਹ ਹੈ ਕਿ ਅਸੀਂ ਉਦੋਂ, ਕਿਉਂਕਿ ਉਦੋਂ ਟੈਲੀਵਿਜ਼ਨ ਨਹੀਂ ਸੀ, ਉਦੋਂ ਪ੍ਰਚਾਰ ਮਾਧਿਅਮ ਹੈ ਨਹੀਂ ਸੀ, ਮੋਬਾਈਲ ਨਹੀਂ ਸੀ, ਉਦੋਂ ਐਡਵਰਟਾਈਜ਼ਮੈਂਟ ਨਹੀਂ ਸੀ, ਇਸ ਕਰਕੇ ਅਸੀਂ ਉਹੀ ਚੀਜ਼ਾਂ ਖਰੀਦਦੇ ਸੀ ਜਿਨ੍ਹਾਂ ਦੀ ਸਾਨੂੰ ਜ਼ਰੂਰਤ ਸੀ। ਹਾਂਜੀ ਬਿਲਕੁਲ ਜੀ। ਬਾਕੀ ਪੈਸਾ ਅਸੀਂ ਬਚਾ ਕੇ ਰੱਖਦੇ ਸੀ। ਛੋਟੀ ਮੋਟੀ ਬੱਚਤ ਮਤਲਬ ਸਾਡੀ ਹੁੰਦੀ ਸੀ ਕਿਉਂਕਿ ਸਾਡੇ ਕੋਲ ਸਾਡੇ ਖਰਚੇ ਬਹੁਤ ਘੱਟ ਸੀਗੇ। ਅੱਜ ਕੀ ਹੋ ਗਿਆ ਕਿ ਐਡਵਰਟਾਈਜ਼ਮੈਂਟ ਦਾ ਦੌਰ ਹੈ, ਪੂੰਜੀਵਾਦ ਨੇ ਇਹਨੂੰ, ਮਤਲਬ ਤੁਸੀਂ ਦੇਖੋ ਵੀ ਇੱਕ ਘਰ ਦੇ ਵਿੱਚ ਰੋਟੀ ਪੱਕਦੀ ਹੈ ਕਿ ਨਹੀਂ ਪੱਕਦੀ, ਇਹ ਮਸਲਾ ਨਹੀਂ। ਇਸ ਘਰ 'ਚ ਟੀਵੀ ਹੈਗਾ ਕਿ ਨਹੀਂ ਹੈਗਾ, ਇਹ ਮਸਲਾ ਹੈ। ਸੱਚੀ ਹੈ। ਸਹੂਲਤਾਂ ਤੁਹਾਡੇ ਕੋਲੇ ਸਾਰੀਆਂ ਨੇ, ਇਹ ਬਹੁਤ ਜ਼ਰੂਰੀ ਹੈ। ਔਰ ਮਤਲਬ ਰੋਟੀ ਪੱਕਦੀ ਹੈ ਕਿ ਨਹੀਂ ਪੱਕਦੀ ਇਹ ਜ਼ਰੂਰੀ ਨਹੀਂ ਹੈ, ਮੋਬਾਈਲ ਸਾਰੇ ਮੈਂਬਰਾਂ ਕੋਲ ਹੈਗਾ ਕਿ ਨਹੀਂ ਹੈਗਾ ਇਹ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਹਾਂਜੀ ਬਿਲਕੁਲ ਸਹੀ ਕਿਹਾ। ਮਤਲਬ ਇਹ ਚੀਜ਼ ਐਵੇਂ ਸਹਿਜ ਸੁਭਾਵਕ ਨਹੀਂ ਵਾਪਰੀ ਹੈ, ਇਹ ਬਕਾਇਦਾ ਮਤਲਬ ਪੂੰਜੀਵਾਦ ਦਾ ਇੱਕ ਤਰੀਕਾ ਹੈ ਕੰਮ ਕਰਨ ਦਾ, ਵੈਲ ਪਲਾਨਡ ਹੋਇਆ ਸਭ ਕੁਝ ਜੋ ਵੀ ਹੋਇਆ। ਕਿ ਬੇਲੋੜੀਆਂ ਚੀਜ਼ਾਂ ਖਰੀਦਣ ਲਈ ਤੁਹਾਨੂੰ ਲਲਾਇਤ ਕੀਤਾ ਜਾਵੇ, ਤੁਹਾਨੂੰ ਮਤਲਬ ਲਲਚਾਇਆ ਜਾਵੇ ਕਿ ਮੈਂ ਆ ਵੀ ਖਰੀਦ ਲਾਂ, ਮੈਂ ਆ ਵੀ ਖਰੀਦ ਲਾਂ, ਮੈਂ ਆ ਵੀ। ਤੁਸੀਂ ਅੱਜ ਦੀ ਤਰੀਕ ਦੇਖੋਗੇ ਲੋਕ ਵੱਡੇ ਵੱਡੇ ਸ਼ਾਪਿੰਗ ਮਾਲ ਨੇ ਜੀ। ਹੁਣ ਸ਼ਾਪਿੰਗ ਮਾਲ ਦਾ ਕੰਸੈਪਟ ਕੀ ਹੈ ਜੀ? ਜਦੋਂ ਤੁਸੀਂ ਇੱਕ ਛੋਟੀ ਦੁਕਾਨ ਤੇ ਜਾਂਦੇ ਹੋ ਤਾਂ ਤੁਸੀਂ ਦੁਕਾਨਦਾਰ ਨੂੰ ਇੱਕ ਲਿਸਟ ਦਿੰਦੇ ਹੋ ਵੀ ਮੈਨੂੰ ਆਹ ਚਾਹੀਦਾ, ਉਹ ਆਪ ਕੱਢ ਕੇ ਦਿੰਦਾ ਤੁਹਾਨੂੰ। ਠੀਕ ਹੈ। ਲੇਕਿਨ ਮਾਲ ਕੀ ਹੈ, ਤੁਸੀਂ ਜਾਂਦੇ ਹੋ ਟਰਾਲੀ ਲੈ ਕੇ, ਘੁੰਮ ਕੇ ਦੇਖਦੇ ਹੋ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਦਿਮਾਗ 'ਚ ਆ ਜਾਂਦੀਆਂ, ਮੈਂ ਆ ਵੀ ਖਰੀਦ ਲਾਂ, ਮੈਂ ਆ ਵੀ ਖਰੀਦ ਲਾਂ, ਮੈਂ ਆ ਵੀ। ਮਤਲਬ ਤੁਸੀਂ ਅਗਰ ਤੁਹਾਡਾ ਘਰ ਦਾ ਬਜਟ ਜਿਹੜਾ ਹੈ, ਜੇ ਤੁਸੀਂ ਛੋਟੀ ਦੁਕਾਨ ਤੋਂ ਸਮਾਨ ਖਰੀਦੋਗੇ ਤਾਂ ਅਗਰ 2000 ਰੁਪਏ 'ਚ ਪੂਰਾ ਹੋ ਜਾਂਦਾ ਤਾਂ ਮਾਲ ਤੇ ਜਾ ਕੇ ਤੁਸੀਂ ਮੰਨੋ 3-4 ਹਜ਼ਾਰ ਦਾ ਸਮਾਨ ਖਰੀਦ ਕੇ ਲਿਆਓ। ਬਿਲਕੁਲ ਨਾਰਮਲੀ ਗੱਲ ਹੈ। ਉੱਥੇ ਦੇਖ ਦੇਖ ਕੇ ਹੋਰ ਲੱਗਦਾ ਵੀ ਇਹ ਵੀ ਲੋੜ ਪੈ ਸਕਦੀ ਆ, ਇਹ ਨਹੀਂ ਵੀ ਲੋੜ ਹੈਗੀ ਆ, ਲੋੜ ਇਸ ਦੀ ਵੀ ਜ਼ਰੂਰਤ ਹੋ ਸਕਦੀ ਆ। ਅਸੀਂ ਇਦਾਂ ਸੋਚ ਕੇ ਲੈ ਕੇ ਆਉਣੇ ਆ ਸਮਾਨ। ਇਹ ਹੁਣ ਸਾਡਾ ਪੈਸਾ ਜਿਹੜਾ ਹੈ ਨਾ, ਉਹ ਬਹੁਤ ਸਾਰੀਆਂ ਬੇਲੋੜੀਆਂ ਚੀਜ਼ਾਂ ਤੇ ਅਸੀਂ ਖਰਚਾ ਕਰਨਾ ਸ਼ੁਰੂ ਕਰ ਦਿੱਤਾ ਜੀ, ਜਿਹਦੇ ਕਰਕੇ ਮਤਲਬ ਅਸੀਂ ਸੰਕਟ 'ਚ ਫਸੇ ਹਾਂ। ਤੁਸੀਂ ਦੇਖੋ ਮਤਲਬ ਕਿਸਾਨੀ ਸੰਕਟ 'ਚ ਜਿਵੇਂ ਹੈ, ਮਤਲਬ ਜੇ ਆਪਾਂ ਕਿਸਾਨੀ ਦੇ ਸੰਕਟ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ ਪਹਿਲਾਂ ਇਹ ਸੁਵਿਧਾ ਦਿੱਤੀ ਗਈ ਕਿ ਜਿੰਨਾ ਮਰਜ਼ੀ ਲੈ ਲਓ ਜੀ ਲੋਨ, ਜਿੰਨਾ ਮਰਜ਼ੀ ਲੋਨ ਲੈ ਲਓ ਜੀ। ਅੱਛਾ ਹੁਣ ਉਹ ਕੀ ਹੈ, ਬੰਦੇ ਨੇ ਲੋਨ ਲਿਆ, ਫਸਲ ਵੀ ਨਹੀਂ ਢੰਗ ਦੀ ਹੋਈ ਤੇ ਗਾਂ ਮੁੰਡੇ ਦਾ ਵਿਆਹ ਕਰ ਲਿਆ ਜਾਂ ਕੁੜੀ ਦਾ ਵਿਆਹ ਕਰ ਲਿਆ, ਪੈਸਾ ਉੱਥੇ ਖਰਚਿਆ ਗਿਆ, ਹੁਣ ਉਹ ਵਾਪਸ ਕਰਨਾ, ਵਾਪਸ ਹੋ ਨਹੀਂ ਰਿਹਾ ਜੀ। ਮਤਲਬ ਸਾਡੇ ਅਸੀਂ ਜਾਣ ਬੁੱਝ ਕੇ ਇਸ ਚੱਕਰ 'ਚ ਫਸੇ ਹਾਂ। ਅਸੀਂ
ਪੂੰਜੀਵਾਦ ਦੀ ਇਸ ਚਾਲ ਨੂੰ ਸਮਝ ਨਹੀਂ ਸਕੇ, ਐ ਕਹਿ ਲਈਏ, ਤਾਂ ਉਹਨਾਂ ਨੇ ਸਾਨੂੰ ਇਸ ਚੀਜ਼ ਤੇ ਫਸਾ ਲਿਆ ਜੀ। ਮਤਲਬ ਤੁਸੀਂ ਇਹ ਦੇਖੋ ਵੀ ਅੱਜ ਇੱਕ ਘਰ ਹੈ ਕਿਸੇ ਕੋਲ ਬਣਿਆ ਹੋਇਆ, ਉਹਦੇ ਤੇ ਬਾਲੇ ਤੇ ਗਾਡਰ ਪਏ ਹੋਏ ਨੇ, ਉਹ ਘਰ ਠੀਕ ਹੈ, ਚੁੰਦਾ ਵੀ ਸਾਰਾ ਕੁਛ ਠੀਕ ਹੈ, ਲੇਕਿਨ ਉਹਦੀ ਕੋਸ਼ਿਸ਼ ਕੀ ਮੈਂ ਉਹਨੂੰ ਹਟਾ ਕੇ ਲੈਂਟਰ ਪਾ ਦਵਾਂ ਜੀ, ਜੇ ਮੈਂ ਵੀ 2 ਮੰਜ਼ਿਲਾ ਬਣਾ ਲਵਾਂ। ਹਾਂ ਬਿਲਕੁਲ। ਮੈਂ ਇਹੋ ਜਿਹੇ ਘਰ ਦੇਖੇ ਨੇ ਵੀ ਜਿੱਥੇ 10 ਸਾਲ ਤੋਂ ਘਰ ਉਹ ਬਣਿਆ ਹੋਇਆ ਕਰੋੜ 2 ਕਰੋੜ ਦਾ ਘਰ ਕੋਈ ਨਹੀਂ ਰਹਿੰਦਾ ਜੀ, ਉਦਾਂ ਹੀ ਬੰਦ ਪਿਆ ਜੀ। ਜਾਂ 3 ਮੰਜ਼ਿਲਾਂ ਬਣਾਈਆਂ ਹੋਈਆਂ ਨੇ, 1 ਮੰਜ਼ਿਲ ਥੱਲੇ ਉਹ ਰਹਿੰਦੇ ਨੇ, 2 ਮੰਜ਼ਿਲਾਂ ਉੱਪਰ ਸਫਾਈ ਵੀ ਨਹੀਂ ਹੁੰਦੀ। ਸਹੀ ਕਿਹਾ ਤੁਸੀਂ, ਪੈਸਾ ਲਾਤਾ, ਪੈਸਾ ਲਾਇਆ। ਹਾਂਜੀ, ਤਾਂ ਅਸਲ ਦੇ ਵਿੱਚ ਅਸੀਂ ਹੱਸਣ ਦੇ ਕਾਰਨਾਂ ਨੂੰ ਜਿਹੜਾ ਖੁਦ ਹੌਲੀ ਕਰਕੇ ਖਤਮ ਕਰ ਦਿੱਤਾ। ਅਸੀਂ ਇੰਨੇ ਰੁੱਝ ਗਏ ਉਹਨਾਂ ਚੀਜ਼ਾਂ ਨੂੰ ਮੈਨੇਜ ਕਰਨ ਦੇ ਵਿੱਚ। ਹੁਣ ਮੈਨੂੰ ਰੋਜ਼ ਫੋਨ ਆਉਂਦਾ ਜੀ ਬੈਂਕ ਤੋਂ, ਕ੍ਰੈਡਿਟ ਕਾਰਡ ਲੈ ਲਓ। ਹਾਂਜੀ, ਇਹ ਫ੍ਰੀ ਹੈ ਜੀ। ਮੇਰਾ ਇੱਕੋ ਜਵਾਬ ਹੁੰਦਾ ਕਿ ਮੈਂ ਨਹੀਂ ਲੈਣਾ। ਕਿਉਂ ਨਹੀਂ ਲੈਣਾ ਜੀ? ਮੁਫਤ ਦੀ ਫੈਸਿਲਿਟੀ ਮਿਲਦੀ ਹੈ ਤੁਹਾਨੂੰ, ਤੁਸੀਂ 2 ਲੱਖ ਰੁਪਇਆ ਖਰਚ ਲਓ ਫਿਰ ਦੇ ਦਿਓ। ਮੈਂ ਕਿਹਾ ਮੇਰਾ ਅਸੂਲ ਹੈ ਵੀ ਜਿੰਨੇ ਮੇਰੀ ਜੇਬ ਚ ਨੇ ਉਹਨੇ ਹੀ ਮੈਂ ਖਰਚ ਲਿਆ, ਉਹਨੇ ਹੀ ਖਰਚਨੇ ਜੀ। ਬਿਲਕੁਲ, ਮੈਂ ਉਧਾਰ ਲੈ ਕੇ ਨਹੀਂ ਖਰਚਣੇ। ਅੱਜ ਤੁਸੀਂ ਕਹਿੰਦੇ ਹੋ ਕ੍ਰੈਡਿਟ ਕਾਰਡ ਫ੍ਰੀ ਹੈ, ਤੁਸੀਂ 50 ਦਿਨ ਦੀ ਲਿਮਿਟ ਦਿੰਦੇ ਹੋ, ਜੇ 50 ਦਿਨ ਤੋਂ ਬਾਅਦ ਮੈਂ ਨਹੀਂ ਦੇ ਸਕਦਾ ਤੇ 3% ਜਾਂ 2% ਤੁਸੀਂ ਮਹੀਨੇ ਦਾ ਵਿਆਜ ਲਾਉਂਦੇ ਹੋ, ਕਿੱਥੋਂ ਪੂਰਾ ਹੋਊਗਾ? ਨਿੱਤ ਫੋਨ ਆਉਂਦੇ ਆ ਬੈਂਕ ਦੇ, ਤੁਹਾਡਾ ਸਿਵਲ ਬਹੁਤ ਵਧੀਆ ਜੀ, ਤੁਸੀਂ 10 ਲੱਖ ਦਾ ਪਰਸਨਲ ਲੋਨ ਤੁਹਾਨੂੰ ਮਿਲ ਸਕਦਾ। ਨਹੀਂ ਲੈਣਾ। ਹਾਂਜੀ, ਕਿਉਂਕਿ ਅਸਲ ਚ ਕੀ ਹੈ ਵੀ ਅਸੀਂ ਗੱਡੀ ਵੀ ਲੈ ਲਈ ਲੋਨ ਤੇ, ਘਰ ਵੀ ਲੋਨ ਲੈ ਕੇ ਬਣਾ ਲਿਆ, ਅਸੀਂ ਫਰਿੱਜ ਵੀ ਲੈ ਲਈ ਕਿਸ਼ਤਾਂ ਤੇ, ਅਸੀਂ ਟੀਵੀ ਵੀ ਕਿਸ਼ਤਾਂ ਤੇ ਲੈ, ਟੀਵੀ ਸੀਗਾ ਬੜਾ ਸੋਹਣਾ ਚੱਲਦਾ, ਉਹਨੂੰ ਵੇਚਤਾ ਜਾਂ ਉਹਨੂੰ ਵਿਕਦਾ ਥੋੜੀ ਆ, ਉਹਨੂੰ ਉਦੋਂ ਚੁਕਾ ਦਿੱਤਾ ਕਿਸੇ ਨੂੰ, ਤੇ ਨਵੀਂ LED ਅਸੀਂ ਕਿਸ਼ਤਾਂ ਤੇ ਲੈ ਲਈ ਹੈ। ਹੁਣ ਹਰ ਮਹੀਨੇ ਜਿਹੜੀਆਂ ਕਿਸ਼ਤਾਂ ਆਉਂਦੀਆਂ ਨੇ ਉਹਨੂੰ ਪੂਰਾ ਕਰਨ ਲਈ ਤੁਹਾਨੂੰ ਜ਼ਰੂਰਤ ਹੈ ਹਰ ਵੇਲੇ ਕੰਮ ਤੇ ਭੱਜਣ ਦੀ, ਐਕਸਟਰਾ ਕੰਮ ਲੱਭਣ ਦੀ, ਓਵਰ ਟਾਈਮ ਲਾਉਣ ਦੀ, ਤੇ ਫਿਰ ਹੱਸੋਗੇ ਕਦੋਂ ਤੁਸੀਂ? ਹਾਸੇ ਗਵਾ ਲਏ ਅਸੀਂ ਚੀਜ਼ਾਂ ਦੇ ਚੱਕਰਾਂ 'ਚ, ਹਾਸੇ ਅਸੀਂ ਗਵਾ ਲਏ। ਹਾਂਜੀ, ਉਹ ਕੀ ਅੱਜ ਸਾਨੂੰ ਪਿੰਡਾਂ ਦੇ ਵਿੱਚ ਜਿਹੜੀਆਂ ਸੱਥਾਂ ਹੁੰਦੀਆਂ ਸੀਗੀਆਂ, ਜਿੱਥੇ ਇੱਕ ਚਬੂਤਰਾ ਬਣਿਆ ਹੁੰਦਾ ਸੀ ਦਰਖਤ ਦੇ ਥੱਲੇ, ਜਿੱਥੇ ਬਹਿ ਕੇ ਲੋਕ ਵਿਹਲੇ ਸਮੇਂ ਚ ਹਾ ਹੋ ਹੁੰਦੀ ਸੀ, ਇੱਧਰ ਉੱਧਰ ਦੀਆਂ ਗੱਲਾਂ, ਹਾਸੇ ਖੇਡੇ, ਉਹ ਸਾਰਾ ਕੁਛ ਗਾਇਬ ਹੋ ਗਿਆ ਜੀ। ਅੱਜ ਤੁਸੀਂ ਪਿੰਡਾਂ 'ਚ ਵੀ ਜਾ ਕੇ ਦੇਖੋਗੇ ਤਾਂ ਇਹੋ ਜਿਹਾ ਮਾਹੌਲ ਨਹੀਂ ਮਿਲਦਾ ਤੁਹਾਨੂੰ। ਪਿੰਡ ਵੀ ਸ਼ਹਿਰਾਂ ਦੀ ਨਕਲ ਕਰ ਰਹੇ ਨੇ। ਹਾਂਜੀ, ਇਹ ਹੱਸਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਸਾਨੂੰ ਹੁਣ ਕੀ ਕਰਨਾ ਪਊਗਾ ਕਿ ਹੱਸਣ ਦੇ ਕਾਰਨ ਲੱਭਣੇ ਪੈਣਗੇ ਜੀ। ਬਿਲਕੁਲ। ਅਗਰ ਤੁਸੀਂ ਟੀਵੀ ਦੇ ਉੱਤੇ 1 ਘੰਟਾ ਮੰਨ ਲਓ ਤੁਸੀਂ ਰੋਜ਼ ਟੀਵੀ ਦੇਖਦੇ ਹੋ, ਬਜਾਏ ਇਹਦੇ ਕੋਈ ਰੋਂਦੂ ਜਿਹਾ ਸੀਰੀਅਲ ਦੇਖਣ ਦੇ ਕੋਈ ਕਾਮੇਡੀ ਸੀਰੀਅਲ ਦੇਖ ਲਓ, ਹਾਂਜੀ, ਤਾਂ ਕਿ ਤੁਸੀਂ ਖੁੱਲ ਕੇ ਹੱਸ ਸਕੋ। ਪਰ ਅਸੀਂ ਕਿਹੜੇ ਦੇਖਣੇ ਹੁੰਦੇ? ਅਸੀਂ ਕਿਹੜੇ ਦੇਖਣੇ ਹੁੰਦੇ? ਅਸੀਂ ਉਹ ਸੱਸ ਨੂੰਹਾਂ ਵਾਲੇ ਵੇਖਣੇ ਹੁੰਦੇ ਆ, ਅਸੀਂ 2 ਘਰਾਂ ਦੀ ਲੜਾਈ ਵੇਖਣੀ ਹੁੰਦੀ ਆ, ਅਸੀਂ ਬਿਗ ਬੌਸ ਵੇਖਣਾ ਹੁੰਦਾ ਵੀ ਅਸੀਂ ਇੱਥੇ ਕਿੱਦਾਂ ਫਾਈਟ ਕਰਨਾ, ਪੁੱਠਾ ਸਿੱਧਾ ਲੜਾਈਆਂ ਕਿੱਦਾਂ ਕਰਨੀਆਂ ਨੇ। ਅਕਸਰ ਹੀ ਮੇਰੇ ਆਲੇ ਦੁਆਲੇ ਲੋਕ ਮੈਨੂੰ ਪੁੱਛ ਲੈਂਦੇ ਕਦੇ ਬਿਗ ਬੌਸ ਦੇਖਿਆ? ਮੈਂ ਕਿਹਾ ਮੈਂ ਬਿਗ ਬੌਸ ਜ਼ਰੂਰ ਵੇਖਿਆ, ਮੀਨਸ ਇਉਂ ਵੇਖਿਆ ਕਿ ਇਹ ਬਿਗ ਬੌਸ ਹੁੰਦਾ ਹੈਗਾ, ਪਰ ਐ ਹੁੱਬ ਕੇ ਨਹੀਂ ਵੇਖਿਆ। ਤੇ ਕਈਆਂ ਦੇ ਮੂੰਹ ਚੋਂ ਫਿਰ ਇਹ ਸੁਣਨ ਨੂੰ ਮਿਲਦਾ ਜੀ ਜੇ ਅਸੀਂ ਇਹਨੂੰ ਨਾ ਵੇਖੀਏ ਨਾ, ਇਹੋ ਜਿਹੇ ਸੀਰੀਅਲ ਸੱਸ ਨੂੰ ਵਾਲੇ, ਅੱਜ ਸੱਸ ਨੇ ਉਹਨੂੰ ਬੜਾ ਚੈਲੰਜ ਦਿੱਤਾ ਹੋਇਆਗਾ, ਸ਼ਾਮ ਨੂੰ ਉਹਨੇ ਕੁਛ ਕਰਕੇ ਦਿਖਾਉਣਾ। ਮਤਲਬ ਮੇਰੇ ਨਾਲ ਦੀਆਂ ਕੁਲੀਗਸ ਹਮੇਸ਼ਾ, ਮੈਂ ਜਦੋਂ ਵੀ ਦੇਖਦੀ ਹਾਂ ਉਹ ਸੀਰੀਅਲ ਦੀਆਂ ਗੱਲਾਂ 'ਚ ਹੁੰਦੀਆਂ, ਡੀਪ ਪੂਰੀਆਂ ਗੁੱਡੀਆਂ ਹੋਈਆਂ, ਉਹਨੇ ਇਹ ਚੈਲੰਜ, ਉਹਨੇ ਇਹ, ਉੱਥੇ ਅੱਜ ਆਏ ਹੋਣਾ, ਉੱਥੇ ਆਏ, ਮਤਲਬ ਉਸ ਨੂੰ ਵੇਖਣ ਦੀ ਜੱਦੋ ਜਹਿਦ ਦੇ ਵਿੱਚ ਆਪਣਾ ਸਾਰੇ ਦਿਨ ਦਾ ਰਿਲੈਕਸ ਗਵਾ ਲੈਂਦੀਆਂ ਨੇ। ਇਹ ਮੈਂ ਕੱਲੀਆਂ ਬੀਬੀਆਂ ਦੀ ਗੱਲ ਨਹੀਂ ਕਰਦੀ, ਇਹ ਓਵਰਆਲ ਸਾਰੇ ਲੋਕਾਂ ਦੀ ਗੱਲ ਹੈ ਵੀ ਉਹ ਜਿਹੜੇ ਇਸ ਸਾਰੇ ਕਰਦੇ ਆ। ਜੀ ਜੀ ਬਿਲਕੁਲ। ਮਤਲਬ ਅਸੀਂ ਅਸਲ ਚ ਜਦੋਂ ਇਹ ਗੱਲ, ਪੁਰਾਣੀ ਕਹਾਵਤ ਹੈ ਕਿ ਜੈਸੀ ਸੰਗਤ ਵੈਸੀ ਰੰਗਤ। ਰੰਗਤ, ਬਿਲਕੁਲ ਜੀ, ਹੈ ਨਾ। ਸੰਗਤ ਦਾ ਅਸਰ ਜਿਹੜਾ ਤੁਹਾਡੇ ਜੀਵਨ ਦੇ ਉੱਤੇ ਇਕੱਲਾ। ਮੈਂ ਇੱਕ ਛੋਟੀ ਜਿਹੀ ਗੱਲ ਕਹਿਣਾ ਚਾਹੁੰਦਾ ਜੀ, ਕਿਉਂਕਿ ਸਾਡੇ ਦਿਮਾਗ ਦੇ ਵਿੱਚ ਇੱਕ ਬੜੀ ਉਲਝਣ ਫਸੀ ਹੋਈ ਹੈ। ਉਹ ਫਸੀ ਹੁੰਦੀ ਹੈ ਕਿ ਅਸੀਂ ਡਾਕਟਰ ਜਿਹੜਾ ਹੈ ਨਾ ਉਸੇ ਬੰਦੇ ਨੂੰ ਸਮਝਦੇ ਆ ਜਿਹਨੇ MBBS MD ਕੀਤੀ ਹੋਈ ਹੈ। ਜੀ 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 ਜੀ। ਇਸੇ ਕਰਕੇ ਲੋਕਾਂ ਨੂੰ ਇਸ ਗੱਲ ਦਾ ਯਕੀਨ ਨਹੀਂ ਆਉਂਦਾ ਕਿ ਅਸੀਂ ਆਪਣੇ ਡਾਕਟਰ ਆਪ ਕਿੱਦਾਂ ਬਣ ਸਕਦੇ ਹਾਂ। ਹਾਂਜੀ,
ਵੀ ਡਾਕਟਰੀ ਲਈ ਤਾਂ ਬਹੁਤ ਵੱਡੀ ਬਹੁਤ ਲੰਬੀ ਪੜ੍ਹਾਈ ਕਰਨੀ ਪੈਂਦੀ ਹੈ। ਅਸਲ ਦੇ ਵਿੱਚ ਡਾਕਟਰ ਉਹ ਹੁੰਦਾ ਹੈ ਜਿਹੜਾ ਇਲਾਜ ਕਰਦਾ ਹੈ ਜੀ। ਉਹ ਜ਼ਰੂਰੀ ਨਹੀਂ ਕਿ ਐਲੋਪੈਥੀ ਦਾ MD ਹੀ MBBS MD ਹੀ ਇਲਾਜ ਕਰ ਸਕਦਾ ਹੈ। ਇਲਾਜ ਤੁਸੀਂ ਆਪਣਾ ਖੁਦ ਵੀ ਕਰ ਸਕਦੇ ਹੋ। ਜੇ ਤੁਸੀਂ ਆਪਣਾ ਇਲਾਜ ਖੁਦ ਕਰਦੇ ਹੋ ਤਾਂ ਤੁਸੀਂ ਵੀ ਡਾਕਟਰ ਹੋ ਜੀ। ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਸਮਝਾਉਣੀ ਚਾਹੁੰਦਾ, ਦੱਸਣੀ ਚਾਹੁੰਦਾ, ਜਿੱਦਣ ਤੁਸੀਂ ਘਰ ਬਣਾਇਆ ਸੀ ਹਾਂਜੀ, ਰਾਜ ਮਿਸਤਰੀ ਤੋਂ ਪੁੱਛਿਆ ਸੀ ਤੇਰੇ ਕੋਲ ਕਿਹੜੀ ਡਿਗਰੀ ਹੈ? ਹਾਂ, ਉਹ ਕਿੰਨੇ ਸੋਹਣੇ ਡਿਜ਼ਾਈਨ ਪਾ ਕੇ ਗਿਆ ਤੁਹਾਡੇ ਘਰ ਤੇ, ਕਿੰਨਾ ਵਧੀਆ ਘਰ ਤੁਹਾਡੇ ਡ੍ਰੀਮ ਹਾਊਸ ਬਣਾ ਕੇ ਗਿਆ, ਲੇਕਿਨ ਉਹਦੇ ਕੋਲ ਪਤਾ ਨਹੀਂ ਕੋਈ ਡਿਗਰੀ ਸੀ ਕਿ ਨਹੀਂ। ਜਦੋਂ ਪਲੰਬਰ ਦਾ ਕੰਮ ਕਰਾਇਆ ਸੀ ਤੁਸੀਂ, ਉਸ ਦਿਨ ਪਲੰਬਰ ਨੂੰ ਪੁੱਛਿਆ ਸੀ ਡਿਗਰੀ ਹੈ ਕਿ ਨਹੀਂ? ਨਹੀਂ ਪੁੱਛਿਆ ਸੀ ਜੀ। ਕਾਰ ਆਪਣੀ ਗੱਡੀ ਮਕੈਨਿਕ ਕੋਲ ਲੈ ਕੇ ਜਾਂਦੇ, ਤੁਸੀਂ ਮਕੈਨਿਕ ਨੂੰ ਪੁੱਛਦੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ ਕਿ ਨਹੀਂ? ਤੈਂ ਨਹੀਂ ਪੁੱਛਦੇ ਜੀ। ਇਸ ਕਰਕੇ ਇਲਾਜ ਕਰਨ ਵਾਲਾ ਵਿਅਕਤੀ ਜਿਹੜਾ ਲੋਕਾਂ ਨੂੰ ਠੀਕ ਕਰ ਰਿਹਾ, ਉਹਦੇ ਤੋਂ ਡਿਗਰੀ ਪੁੱਛਣ ਦੀ ਲੋੜ ਨਹੀਂ ਹੈ। ਜੀ ਜੀ ਜੀ। ਇਸ ਕਰਕੇ ਕਿਉਂਕਿ ਮੈਂ ਇਸ ਤੋਂ ਅੱਗੇ ਵੱਧ ਕੇ ਗੱਲ ਕਰਨੀ ਚਾਹੁੰਦਾ ਵੀ ਸੱਚਿਓ ਤੁਸੀਂ ਕਿਸੇ ਡਿਗਰੀ ਕੀਤੇ ਹੋਏ ਬੰਦੇ ਨੂੰ ਕਹਿ ਕੇ ਦੇਖੋ ਤਾਂ ਮੇਰੀ ਗੱਡੀ ਠੀਕ ਕਰ ਦੇ ਜੀ। ਤੁਸੀਂ ਕਿਸੇ ਡਿਗਰੀ ਕੀਤੇ ਹੋਏ ਬੰਦੇ ਨੂੰ ਕਹਿ ਕੇ, ਮਤਲਬ ਇੱਕ ਇਲੈਕਟ੍ਰੀਕਲ ਇੰਜੀਨੀਅਰ ਦੀ ਡਿਗਰੀ ਕਰਨ ਵਾਲਾ ਬੱਚਾ ਜਿਹੜਾ ਹੈ ਉਹਨੂੰ ਉਹਦੇ ਸਾਹਮਣੇ ਪੱਖਾ ਖੋਲ ਕੇ ਰੱਖ ਦੇਣਾ ਤਾਂ ਫਿੱਟ ਕਰਕੇ ਦਿਖਾ। ਤੇ ਇੱਕ 8 ਪੜ੍ਹਿਆ ਮੁੰਡਾ, ਇੱਕ 5 ਪੜ੍ਹਿਆ ਬੱਚਾ ਜਿਹੜਾ ਉਹਨੂੰ ਠੀਕ ਕਰ ਦਿੰਦਾ, ਫਿੱਟ ਕਰ ਦਿੰਦਾ। ਤਾਂ ਇਹ ਕੋਈ ਮੁੱਦਾ ਨਹੀਂ ਹੈਗਾ ਕਿ ਕਿਹਦੇ ਕੋਲ ਕਿਹੜੀ ਡਿਗਰੀ ਹੈ। ਸਵਾਲ ਇਹ ਹੈ ਵੀ ਉਸ ਕਿੱਤੇ ਦੇ ਉੱਤੇ ਦੀ ਮੁਹਾਰਤ ਕਿੰਨੀ ਹੈ। ਜੀ ਜੀ। ਤਾਂ ਤੁਸੀਂ ਜਦੋਂ ਲਗਾਤਾਰ ਇਹ ਸਾਰੀਆਂ ਚੀਜ਼ਾਂ ਸਿੱਖ ਜਾਓਗੇ, ਲਗਾਤਾਰ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਜਾਣਕਾਰੀ ਲੈ ਲਓਗੇ, ਤੁਸੀਂ ਆਪਣੇ ਡਾਕਟਰ ਖੁਦ ਬਣ ਸਕਦੇ ਹੋ। ਇਸ ਗੱਲ ਦਾ ਭਰੋਸਾ ਕਰੋ ਜੀ। ਠੀਕ ਹੈ। ਤੇ ਮੈਂ ਦੱਸਣਾ ਚਾਹੁੰਦਾ ਜੀ, ਇਹਦੇ ਲਈ ਬਕਾਇਦਾ ਮੇਰਾ ਇੱਕ ਟ੍ਰੇਨਿੰਗ ਪ੍ਰੋਗਰਾਮ ਹੈ ਜਿਹੜਾ 1 ਮਹੀਨੇ ਦਾ ਆਨਲਾਈਨ ਟ੍ਰੇਨਿੰਗ ਹੈ। ਉਹਦੇ ਚ ਸਾਰੀਆਂ ਚੀਜ਼ਾਂ ਤੁਹਾਨੂੰ ਇੰਨੀ ਵਧੀਆ ਤਰੀਕੇ ਨਾਲ ਸਮਝਾ ਦਿੱਤੀਆਂ ਜਾਂਦੀਆਂ ਜਿਹਦੇ ਨਾਲ ਤੁਸੀਂ ਡਾਕਟਰ ਬਣ ਸਕਦੇ ਹੋ, ਖੁਦ ਆਪਣੇ ਪਰਿਵਾਰ ਦਾ ਇਲਾਜ ਆਪਣੇ ਘਰ ਕਰ ਸਕਦੇ ਹੋ। ਤੇ ਇਹਦੇ ਨਾਲ ਹੀ 27 ਦਸੰਬਰ ਨੂੰ ਜੀ ਇੱਕ ਟ੍ਰੇਨਿੰਗ ਸ਼ੁਰੂ ਕਰ ਰਿਹਾ ਮੈਂ ਜੀ। 27 ਦਸੰਬਰ ਨੂੰ 1 ਹਫ਼ਤੇ ਦੀ ਟ੍ਰੇਨਿੰਗ ਹੈ ਆਨਲਾਈਨ। ਉਹ ਸਿਰਫ ਕਿਡਨੀ ਦੇ ਮਰੀਜ਼ਾਂ ਲਈ ਹੈ ਜੀ। ਉਹ ਲੋਕ ਜਿਨ੍ਹਾਂ ਦੀ ਕਿਡਨੀ ਖਰਾਬ ਹੋ ਚੁੱਕੀ ਹੈ, ਜਿਨ੍ਹਾਂ ਨੂੰ ਡਾਕਟਰ ਕਹਿ ਰਿਹਾ ਕਿ ਤੁਹਾਡੀ ਕਿਡਨੀ ਬਦਲਣੀ ਪੈਣੀ ਹੈ। ਹਾਂਜੀ। ਉਹ ਲੋਕ ਜਿਨ੍ਹਾਂ ਦਾ ਡਾਇਲਿਸਿਸ ਹੋ ਰਿਹਾ ਲਗਾਤਾਰ ਜੀ, ਤੇ ਡਾਇਲਿਸਿਸ ਤੋਂ ਬਾਅਦ ਹੋਰ ਕੋਈ ਰਸਤਾ ਨਹੀਂ ਹੈ, ਕਿਡਨੀ ਬਦਲਣੀ ਹੀ ਪੈਂਦੀ ਹੈ ਜੀ। ਉਹਨਾਂ ਲੋਕਾਂ ਲਈ 5 ਦਿਨ ਦੀ ਟ੍ਰੇਨਿੰਗ ਹੈ ਜਿਹਦੇ ਚ ਸਿਖਾਵਾਂਗੇ ਕਿ ਤੁਹਾਡੀ ਪੁਰਾਣੀ ਕਿਡਨੀ ਹੀ ਕਿਵੇਂ ਕੰਮ ਕਰਨਾ ਸ਼ੁਰੂ ਕਰ ਸਕਦੀ ਹੈ। ਤੁਹਾਨੂੰ ਘਰ ਚ ਕੀ ਕਰਨਾ ਪਊਗਾ ਜਿਸ ਨਾਲ ਤੁਸੀਂ ਕਿਡਨੀ ਬਦਲਣ ਤੋਂ ਬਚ ਸਕਦੇ ਹੋ, ਤੁਹਾਡਾ ਡਾਇਲਿਸਿਸ ਵੀ ਬੰਦ ਹੋ ਸਕਦਾ ਹੈ ਜੀ। ਤੇ 27 ਦਸੰਬਰ ਤੋਂ ਸਟਾਰਟ ਹੋਏ ਤੇ ਉਹਦੀ ਫੀਸ ਸਿਰਫ 1500 ਰੁਪਏ ਹੈ ਜੀ। ਓਕੇ, ਠੀਕ ਹੈ। ਮੇਰੇ ਇਸੇ ਮੋਬਾਈਲ ਨੰਬਰ ਦੇ ਉੱਤੇ ਕੋਈ ਵੀ ਅਗਰ ਉਸ ਟ੍ਰੇਨਿੰਗ ਸ਼ਾਮਲ ਹੋਣਾ ਚਾਹੁੰਦਾ, ਮੇਰੇ ਇਸ ਮੋਬਾਈਲ ਨੰਬਰ ਤੇ ਪੇਟੀਐਮ ਹੈ, ਫੋਨ ਪੇ ਹੈ, ਗੂਗਲ ਪੇ ਹੈ, 500 ਰੁਪਇਆ ਪੇ ਕਰਕੇ ਤੁਸੀਂ ਰਜਿਸਟਰ ਕਰ ਸਕਦੇ ਹੋ। ਤੇ 27 ਤਰੀਕ ਤੋਂ ਪਹਿਲਾਂ ਬਾਕੀ ਦਾ 1000 ਰੁਪਇਆ ਪੇ ਕਰਨਾ ਹੋਏਗਾ। ਇਸ ਟ੍ਰੇਨਿੰਗ ਨੂੰ ਲੈਣ ਤੋਂ ਬਾਅਦ ਤੁਹਾਨੂੰ ਸੱਚੇ ਹਸਪੀਟਲ ਜਾ ਕੇ ਦਾਖਲ ਹੋਣ ਦੀ ਲੋੜ ਨਹੀਂ ਪਏਗੀ। ਘਰ ਦੇ ਵਿੱਚ ਹੀ ਤੁਸੀਂ ਆਪਣੀ ਕਿਡਨੀ ਦਾ ਇਲਾਜ ਕਰ ਸਕਦੇ ਹੋ। ਇਹਦੇ ਲਈ ਮੈਂ ਤੁਹਾਨੂੰ ਇੱਕ ਚੀਜ਼ ਹੋਰ ਕਵਾਂਗੀ ਜੀ, ਰਿਕੁਐਸਟ ਹੈ ਜੀ। ਮੈਂ ਦੇਖ ਹੀ ਰਹੀ ਸੀ ਕੈਲੰਡਰ ਦੇ ਵਿੱਚ 26 ਤਰੀਕ ਦਾ ਆਪਣਾ ਐਤਵਾਰ ਬੰਦ ਹੈ ਔਰ 27 ਦਾ ਸੋਮਵਾਰ ਬੰਦ ਹੈ। ਸੋ ਇਸ ਕਰਕੇ ਤੁਸੀਂ 24-25 ਨੂੰ ਜਸਟ ਅਗਰ ਤੁਸੀਂ ਇੱਕ ਅਨਾਉਂਸਮੈਂਟ ਦੇ ਲਈ ਆਉਣਾ ਚਾਹੁੰਦੇ ਹੋ ਤਾਂ ਆਇਓ ਜ਼ਰੂਰ, ਕਿਉਂਕਿ ਹਾਂਜੀ ਮੈਨੂੰ ਇੱਕ ਬਸ ਅਨਾਉਂਸਮੈਂਟ ਕਰ ਦਿਓ ਜੀ ਤਾਂ ਕਿ ਉਹ ਸੇਮ ਡੇ ਤੁਹਾਡੇ ਨਾਲ ਹੈ ਜਿਹੜੇ ਸਾਡੇ ਪੇਸ਼ੈਂਟ ਹੈ ਇਸ ਬਿਮਾਰੀ ਦੇ ਨਾਲ। ਮੈਂ ਤੁਹਾਨੂੰ WhatsApp ਮੈਸੇਜ ਕਰ ਦਾਂਗਾ ਜੀ। ਬਿਲਕੁਲ ਜੀ, ਮੈਂ ਹਾਂਜੀ ਉਸ ਨੂੰ ਸ਼ੇਅਰ ਕਰ ਲਵਾਂਗੀ।